ਹੈਲੋ ਐਵਰੀਵਨ। ਜਿਵੇਂ ਕਿ ਤੁਹਾਨੂੰ ਯਾਦ ਹੋਗਾ ਕਿ ਆਪਾਂ ਕਲਾਸ ਦੇ ਵਿੱਚ 13ਵਾਂ ਲੈਸਨ ਕਰਦੇ ਪਏ ਸੀਗੇ, ਲੈਸਨ ਨੰਬਰ 13। ਉਹਦੇ ਵਿੱਚ ਹੁਣ ਅਸੀਂ ਕਰਾਂਗੇ ਹਿਊਮਨ ਈਅਰ, ਮਨੁੱਖੀ ਕੰਨ। ਮਨੁੱਖੀ ਕੰਨ ਦੇ ਬਾਰੇ ਮੈਂ ਚਾਹਾਂਗਾ ਪਹਿਲਾਂ ਤੁਸੀਂ ਮਨੁੱਖੀ ਕੰਨ ਵਾਲਾ ਆਰਟੀਕਲ ਹੈ ਨਾ, ਸਾਰਾ ਆਰਟੀਕਲ ਰੀਡ ਕਰ ਲਓ। ਆਰਟੀਕਲ ਰੀਡ ਕਰ ਲਓਗੇ, ਉਸ ਤੋਂ ਬਾਅਦ ਮੈਂ ਮਨੁੱਖੀ ਕੰਨ ਨੂੰ ਐਕਸਪਲੇਨ ਕਰੂੰਗਾ, ਤੁਹਾਨੂੰ ਸਮਝ ਆ ਜਾਏਗਾ। ਤਾਂ ਸਾਰੇ ਆਪਣੀ ਆਪਣੀ ਬੁੱਕ ਖੋਲ੍ਹੋ, ਬੁੱਕ ਦੇ ਵਿੱਚ ਮਨੁੱਖੀ ਕੰਨ ਹਿਊਮਨ ਈਅਰ ਨੂੰ ਆਰਟੀਕਲ ਜਿੰਨਾ ਵੀ ਹੈ ਨਾ ਸਾਰਾ ਰੀਡ ਕਰ ਲਓ। ਓਕੇ, तो रीड कर लिया? वीडियो ਨੂੰ ਪੌਜ਼ ਕਰਕੇ ਰੀਡ ਕਰ ਲਓ ਬੇਟਾ। ਹਾਂਜੀ, ਰੀਡ ਕਰ ਲਿੱਤਾ ਤਾਂ ਹੁਣ ਮੈਂ ਐਕਸਪਲੇਨ ਕਰਦਾ। ਮੈਂ ਜਿਵੇਂ ਕਿ ਤੁਹਾਨੂੰ ਯਾਦ ਹੋਗਾ, ਆਪਾਂ ਪੜ੍ਹਿਆ ਸੀ ਕਿ ਕੰਪਨ ਕਰਕੇ ਧੁਨੀ ਪੈਦਾ ਹੁੰਦੀ ਆ। ਕੰਪਨ ਕਰਕੇ ਧੁਨੀ ਪੈਦਾ ਹੁੰਦੀ ਆ। ਤਾਂ ਇੱਥੇ ਤੁਸੀਂ ਜਿਹੜਾ ਹਾਈਲਾਈਟ ਕਰਕੇ ਨਾ ਦੇਖਿਆ ਹੋਗਾ, ਇੱਥੇ ਲਿਖਿਆ ਵਾ ਈਅਰ ਡਰਮ। ਈਅਰ ਡਰਮ ਕੀ ਆ? ਕੰਨ ਦਾ ਪਰਦਾ। ਕੰਨ ਦੇ ਪਰਦੇ ਦੇ ਵਿੱਚ ਜਦੋਂ ਸਾਡੇ ਕੰਨ ਦੇ ਵਿੱਚ ਆਵਾਜ਼ ਜਾਂਦੀ ਆ, ਜਿਹੜੀ ਕੰਨ ਦੀ ਨਾ ਇੱਕ ਫਨਲ ਦੀ ਤਰ੍ਹਾਂ ਦੀ, ਪੀਕ ਦੀ ਤਰ੍ਹਾਂ, ਜਿਵੇਂ ਤੁਸੀਂ ਦੇਖਿਆ ਹੋਏਗਾ ਕਿ ਤੇਲ ਭੁੰਨਣ ਵਾਸਤੇ, ਤੇਲ ਪਾਉਣ ਵਾਸਤੇ ਇੱਕ ਪੀਕ ਦੀ ਵਰਤੋਂ ਕੀਤੀ ਜਾਂਦੀ ਹੈ ਨਾ। ਤਾਂ ਕੰਨ ਦੀ ਸ਼ੇਪ ਵੀ ਉਸੇ ਤਰ੍ਹਾਂ ਦੀ ਹੈ, ਜਿਹਦੇ ਵਿੱਚ ਦੀ ਹਵਾ ਨਿਕਲ ਕੇ ਜਾਂ ਆਵਾਜ਼ ਨਿਕਲ ਕੇ ਕੰਨ ਦੇ ਪਰਦੇ ਉੱਤੇ ਵੱਜਦੀ ਹੈ। ਕੰਨ ਦੇ ਪਰਦੇ 'ਤੇ ਜਦੋਂ ਆਵਾਜ਼ ਵੱਜਦੀ ਹੈ ਤਾਂ ਉਹ ਪਰਦਾ ਵਾਈਬ੍ਰੇਟ ਕਰਦਾ ਹੈ। ਔਰ ਈਅਰ ਡਰਮ ਕੀ ਹੈ? ਉਹ ਵਾਈਬ੍ਰੇਟ ਕਰਦਾ ਹੈ, ਕੰਪਨ ਕਰਦਾ ਹੈ, ਜਿਹਦੇ ਕਰਕੇ ਉੱਥੇ ਕੰਪਨ ਕਰਕੇ ਉੱਥੇ ਇੱਕ ਸਾਊਂਡ ਵੇਵ ਪ੍ਰੋਡਿਊਸ ਹੁੰਦੀ ਹੈ। ਉਹ ਸਾਊਂਡ ਵੇਵਸ ਸਾਡੇ ਅੰਦਰਲੇ ਕੰਨ ਦੇ ਵਿੱਚ ਨਾੜਾਂ ਦੇ ਨਾਲ, ਜਿਹੜੀਆਂ ਨਰਵਸ ਨੇ, ਜਿਹੜੀਆਂ ਸਾਡੇ ਬ੍ਰੇਨ ਦੇ ਨਾਲ ਕਨੈਕਟਡ ਨੇ, ਬ੍ਰੇਨ ਸੈਲਸ ਦੇ ਨਾਲ ਕਨੈਕਟਡ ਨਰਵਸ ਦੇ ਨਾਲ ਜਾ ਕੇ ਵੱਜਦੀ ਹੈ, ਟਕਰਾਉਂਦੀ ਹੈ। ਔਰ ਉਹ ਬ੍ਰੇਨ ਸੈਲਸ ਅੱਗੇ ਜਾ ਕੇ ਸਾਡੇ ਬ੍ਰੇਨ ਨੂੰ ਸਿਗਨਲ ਦਿੰਦੀਆਂ ਹਨ, ਅਤੇ ਜਿੱਥੇ ਸਾਨੂੰ ਧੁਨੀ ਸੁਣਾਈ ਦਿੰਦੀ ਹੈ। ਤਾਂ ਸਿਸਟਮ ਕੀ ਹੈ? ਬਿਲਕੁਲ ਸਿੰਪਲ ਜਿਹਾ ਕਨਸੈਪਟ ਹੈ। ਸਾਡੇ ਈਅਰ ਦੇ ਵਿੱਚ ਜਿਹੜਾ ਸਾਡਾ ਈਅਰ ਡਰਮ ਹੈ, ਜਿਹਨੂੰ ਕੰਨ ਦਾ ਪਰਦਾ ਕਹਿੰਦੇ ਹਾਂ, ਉਹਦੇ 'ਤੇ ਜਾ ਕੇ ਧੁਨੀ ਸਟਰਾਈਕ ਕਰੇਗੀ, ਉੱਥੇ ਕੰਪਨ ਪੈਦਾ ਹੋਏਗਾ। ਉਹ ਕੰਪਨ ਅੱਗੇ ਜੋ ਨਰਵਸ ਨੇ, ਜੋ ਬ੍ਰੇਨਸ ਦੇ ਨਾਲ ਨਾੜੀਆਂ ਨੇ ਜੁੜੀਆਂ ਹੋਈਆਂ ਨੇ ਅੰਦਰੂਨੀ ਕੰਨ ਦੇ ਭਾਗ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡੇ ਕੰਨ ਦੇ ਵਿੱਚ ਕੀ ਹੈ? ਸਾਊਂਡ ਪ੍ਰੋਡਿਊਸ ਹੋਏਗਾ। ਕਈ ਵਾਰ ਤਿੱਖੀ ਆਵਾਜ਼ ਸੁਣਨ ਦੀ ਵਜ੍ਹਾ ਨਾਲ ਇਸ ਕੰਨ ਦੇ ਪਰਦੇ ਨੂੰ ਹਾਰਮ ਵੀ ਹੋ ਸਕਦਾ ਵਾ। ਠੀਕ ਹੈ, ਸਾਡਾ ਈਅਰ ਡਰਮ ਹੈ, ਹਾਰਮ ਵੀ ਹੋ ਸਕਦਾ ਵਾ। ਅਤੇ ਇਸ ਕਰਕੇ ਸਾਨੂੰ ਤਿੱਖੀ ਆਵਾਜ਼ ਜਾਂ ਤਿੱਖੀ ਮਤਲਬ ਧੁਨੀ, ਸਾਊਂਡ ਵੇਵਸ ਸੁਣਨ ਤੋਂ ਬਚੇ ਰਹਿਣਾ ਚਾਹੀਦਾ ਵਾ। ਇਨ ਦਾ ਸ਼ਾਰਟ ਮੈਂ ਕਹਿਣਾ ਚਾਹੂੰਗਾ ਕਿ ਜਿਵੇਂ ਤੁਸੀਂ ਈਅਰਫੋਨਸ ਦਾ ਆਪਾਂ ਕਹਿੰਦੇ ਯੂਜ਼ ਘੱਟ ਕਰਨਾ ਚਾਹੀਦਾ ਵਾ, ਕਿਉਂਕਿ ਜਦੋਂ ਤੇਜ਼ ਆਵਾਜ਼ ਈਅਰ ਡਰਮ 'ਤੇ ਪੈਂਦੀ ਹੈ ਤਾਂ ਈਅਰ ਡਰਮ ਨੂੰ ਨੁਕਸਾਨ ਵੀ ਹੋ ਸਕਦਾ ਵਾ, ਅਤੇ ਕੰਨ ਦਾ ਪਰਦਾ ਸਾਡਾ ਫਟ ਵੀ ਸਕਦਾ ਵਾ, ਜਾਂ ਫਿਰ ਮਤਲਬ ਹੋਰ ਵੀ ਕੋਈ ਨੁਕਸਾਨ ਹੋ ਸਕਦੇ ਹਨ। ਹੁਣ ਇਸੇ ਤਰ੍ਹਾਂ ਨਾ ਮੈਂ ਚਾਹਾਂਗਾ ਤੁਸੀਂ ਜਿਹੜੇ ਨੈਕਸਟ ਦੋ ਆਰਟੀਕਲ ਆ ਨਾ, ਐਂਪਲੀਟਿਊਡ, ਔਸੀਲੇਟਰੀ ਮੋਸ਼ਨ, ਟਾਈਮ ਪੀਰੀਅਡ ਵਾਲਾ, ਇਹ ਆਰਟੀਕਲ ਪੜ੍ਹ ਲਓ। ਤੁਸੀਂ ਦੋਨੋਂ ਆਰਟੀਕਲ ਰੀਡ ਕਰ ਲਓ ਫਟਾਫਟ। ਹੋਪ ਸੋ ਤੁਸੀਂ ਦੋਨੋਂ ਆਰਟੀਕਲ ਵੀਡੀਓ ਨੂੰ ਪੌਜ਼ ਕਰਕੇ ਰੀਡ ਕਰ ਲਏ ਹੋਣ। ਅਗਰ ਨਹੀਂ ਕੀਤੇ ਤਾਂ ਵੀਡੀਓ ਨੂੰ ਹੁਣੇ ਪੌਜ਼ ਕਰੋ ਅਤੇ ਦੋਨੋਂ ਆਰਟੀਕਲਸ ਰੀਡ ਕਰ ਲਓ। ਹਾਂਜੀ, ਹੁਣ ਉਹਦੇ ਵਿੱਚ ਕੀ ਆ ਐਕਸਪਲੇਨੇਸ਼ਨਸ ਨਾ, ਜਿਹੜੀਆਂ ਡੈਫੀਨੇਸ਼ਨ ਲਿਖੀਆਂ ਹੋਈਆਂ ਆਪਣੀ ਆਪਣੀ ਕਾਪੀ ਦੇ ਉੱਤੇ ਨੋਟ ਕਰ ਲਿਓ ਜੀ। ਡੋਲਨ ਗਤੀ, ਔਸੀਲੇਟਰੀ ਮੋਸ਼ਨ, ਕਿਸੇ ਵਸਤੂ ਦਾ ਬਾਰ-ਬਾਰ ਇੱਧਰ ਉੱਧਰ ਗਤੀ ਕਰਨਾ ਕੰਪਨ ਅਖਵਾਉਂਦਾ ਹੈ। ਇਸ ਗਤੀ ਨੂੰ ਡੋਲਨ ਗਤੀ ਕਹਿੰਦੇ ਹਨ। The to and fro motion of an object is known as vibration. This motion is also called oscillatory motion. ਮੈਂ ਕਲਾਸ ਦੇ ਵਿੱਚ ਦੱਸਿਆ ਸੀਗਾ ਕਿ ਤੁਸੀਂ ਪੈਂਡੂਲਮ ਦੇਖਿਆ ਹੋਏਗਾ, ਘੜੀ ਦੇ ਵਿੱਚ ਪੈਂਡੂਲਮ ਲੱਗਿਆ ਹੁੰਦਾ ਨਾ ਪੁਰਾਣੀਆਂ ਘੜੀਆਂ ਦੇ ਵਿੱਚ, ਉਹ ਇੱਕ ਜਗ੍ਹਾ 'ਤੇ ਹਿੱਲੀ ਜਾਂਦਾ, ਇੱਕ ਜਗ੍ਹਾ 'ਤੇ ਹਿੱਲੀ ਜਾਂਦਾ ਰਹਿੰਦਾ ਵਾ। ਤਾਂ ਉਹਨੂੰ ਬੋਲਦੇ ਆ ਟੂ ਐਂਡ ਫਰੋ ਮੋਸ਼ਨ, ਇੱਕ ਜਗ੍ਹਾ 'ਤੇ ਬਾਰ-ਬਾਰ ਗਤੀ ਕਰਨਾ। ਉਸ ਗਤੀ ਨੂੰ ਅਸੀਂ ਕੰਪਨ ਵੀ ਕਹਿੰਦੇ ਹਾਂ। ਔਰ ਉਹ ਕੰਪਨ ਕਿਹੜੀ ਗਤੀ ਅਖਵਾਉਂਦੀ ਹੈ? ਡੋਲਨ ਗਤੀ ਜਾਂ ਔਸੀਲੇਟਰੀ ਮੋਸ਼ਨ ਅਖਵਾਉਂਦੀ ਹੈ। ਤਾਂ ਔਸੀਲੇਟਰੀ ਮੋਸ਼ਨ ਤੋਂ ਕਲੀਅਰ ਤੁਹਾਨੂੰ ਹੋ ਗਿਆ ਹੈਗਾ ਔਸੀਲੇਟਰੀ ਮੋਸ਼ਨ ਕੀ ਹੈ? ਦ ਟੂ ਐਂਡ ਫਰੋ ਮੋਸ਼ਨ of a vibration, the to and fro motion known as vibration. The vibration is also called oscillatory motion. ठीक है, तो एक जगह ते बार बार कंपन करना कंपन अखाउंदा है, सॉरी, एक जगह ते बार बार गति करना कंपन अखाउंदा है, और कंपन नूं डोलन गति भी कहा जाता है। इनका ही अगला पार्ट है आवर्ती फ्रिक्वेंसी। आवर्ती की है? फ्रिक्वेंसी बहुत इंपॉर्टेंट, वेरी 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 इंपॉर्टेंट। आवर्ती फ्रिक्वेंसी प्रति सैकेंड होने वालियां डोलनां की संख्या नूं डोलन की आवर्ती कहते हैं। इनू हर्ट्स विच मापिया जाता है। द नंबर ऑफ ऑसीलेशंस पर सैकेंड इज़ कॉल्ड फ्रिक्वेंसी ऑफ ऑसीलेशन। फ्रिक्वेंसी इज़ एक्सप्रैसड इन हर्ट्स। यानी कि एक सैकेंड दे विच हुण पेंडुलम एक उत्थे हिलदा तां पिया, मान लो कोई चीज़ वाइब्रेट कर रही है, एक जगह ते वाइब्रेट करी जा रही है, कितनी देर तक वाइब्रेट कर सकती है? एक सैकेंड दे विच। यानी कि एक सैकेंड दे विच किन्ने वार कंबेगी। तुसी मैं कहा सीगा कि अपने घरों एक थाल चक्को, थाल दे उत्ते चम्मच स्ट्राइक करो जोर दे नाल,
ਤਾਂ ਤੁਸੀਂ ਦੇਖੋਗੇ ਚਮਚ ਵੀ ਕੰਬੇਗਾ ਔਰ ਥਾਲ ਵੀ ਕੰਬੇਗਾ, ਪਰ ਉਹ 1 ਸੈਕਿੰਡ ਦੇ ਵਿੱਚ ਕਿੰਨੀ ਵਾਰ ਕੰਬਿਆ, 1 ਸੈਕਿੰਡ ਦੇ ਵਿੱਚ ਕਿੰਨੀ ਵਾਰ ਕੰਬਿਆ। ਠੀਕ ਹੈ, ਉਹ ਕੀ ਹੈ, ਫ੍ਰੀਕੁਐਂਸੀ ਹੈ। ਹਾਊ ਮੈਨੀ ਓਸੀਲੇਸ਼ਨਸ ਇਨ ਪਰ ਸੈਕਿੰਡ। ਠੀਕ ਹੈ, 1 ਸੈਕਿੰਡ ਦੇ ਵਿੱਚ ਕਿੰਨੀ ਵਾਰ ਕਿਸੇ ਵੀ ਵਸਤੂ ਨੇ ਓਸੀਲੇਟ ਕੀਤਾ, ਕਿੰਨੀ ਵਾਰ ਉਹ ਮੂਵ ਕੀਤੀ, ਉਹਨੂੰ ਕੀ ਬੋਲਦੇ ਆ, ਉਹਨੂੰ ਬੋਲਦੇ ਆ ਫ੍ਰੀਕੁਐਂਸੀ, ਆਵਰਤੀ ਬੋਲਦੇ ਹਨ। ਠੀਕ ਹੈ ਡੀਅਰ ਸਟੂਡੈਂਟਸ, ਅਗਰ ਸਮਝ ਆ ਗਿਆ ਤਾਂ ਵੈਰੀ ਗੁੱਡ, ਔਰ ਅਗਰ ਨਹੀਂ ਸਮਝ ਆਇਆ ਤਾਂ ਵੀਡੀਓ ਨੂੰ ਦੁਬਾਰਾ ਦੇਖ ਲਿਓ ਜੀ। ਔਰ ਇਹਨੂੰ ਹਰਟਸ 'ਚ ਮਾਪਿਆ ਜਾਂਦਾ ਵਾ, HERTZ ਹਰਟਸ। ਔਰ ਇਹਨੂੰ ਜਦੋਂ ਆਪਾਂ ਲਿਖਦੇ ਹਾਂ ਆਪਾਂ ਇਕੱਲਾ HZ ਲਿਖਦੇ ਹਾਂ। ਠੀਕ ਹੈ, ਪੂਰਾ ਹਰਟਸ ਨਹੀਂ ਲਿਖਾਂਗੇ, ਸਿਰਫ H ਤੇ Z ਲਿਖਾਂਗੇ। ਨੈਕਸਟ ਲਾਸਟ ਬਟ ਨਾਟ ਦਾ ਲੀਸਟ, ਇਹਨਾਂ ਦੋਨਾਂ ਦੇ ਵਿਚਾਲੇ ਰਿਲੇਸ਼ਨ ਆ ਗਿਆ ਹੈ। ਇੱਕ ਰਿਲੇਸ਼ਨ ਕੀ ਹੈ, ਟਾਈਮ ਪੀਰੀਅਡ, ਫ੍ਰੀਕੁਐਂਸੀ ਅਤੇ ਨੰਬਰ ਆਫ ਓਸੀਲੇਸ਼ਨ ਦੇ ਵਿੱਚ। ਆਵਰਤਕ ਕਾਲ, ਟਾਈਮ ਪੀਰੀਅਡ ਹੁੰਦਾ ਹੈ ਆਵਰਤਕ ਕਾਲ, ਫ੍ਰੀਕੁਐਂਸੀ ਅਸੀਂ ਪੜ੍ਹ ਚੁੱਕੇ ਹਾਂ ਆਵਰਤੀ। ਠੀਕ ਹੈ, ਅਤੇ ਨੰਬਰ ਆਫ ਓਸੀਲੇਸ਼ਨ ਕੁੱਲ ਡੋਲਣ, ਕੁੱਲ ਡੋਲਣ। ਅਤੇ ਇਹਨਾਂ ਦੇ ਵਿੱਚ ਰਿਲੇਸ਼ਨ ਕੀ ਹੈ, ਫ੍ਰੀਕੁਐਂਸੀ ਕੀ ਹੁੰਦੀ ਹੈ, ਨੰਬਰ ਆਫ ਓਸੀਲੇਸ਼ਨਸ ਓਵਰ ਟੋਟਲ ਟਾਈਮ। ਠੀਕ ਹੈ, ਕੁੱਲ ਡੋਲਣ ਬਟੇ ਕੁੱਲ ਸਮਾਂ। ਇਹ ਕਿੰਨੇ ਡੋਲਣ, ਕਿੰਨੇ ਵਾਰ ਡੋਲਣ ਕੀਤਾ ਵਾ, ਕਿੰਨੀ ਵਾਰ ਕੰਪਨ ਕੀਤਾ ਵਾ ਕਿਸੇ ਵਸਤੂ ਨੇ, ਔਰ ਕਿੰਨੇ ਸਮੇਂ ਤੱਕ ਕੰਪਨ ਕੀਤਾ ਵਾ, ਦੋਨਾਂ ਨੂੰ ਡਿਵਾਈਡ ਕਰਾਂਗੇ ਤਾਂ ਕੀ ਆ ਜਾਂਦੀ ਹੈ, ਸਾਡੀ ਆਵਰਤੀ ਆ ਜਾਂਦੀ ਹੈ। ਆਵਰਤਕ ਕਾਲ, ਟਾਈਮ ਪੀਰੀਅਡ ਕਿਵੇਂ ਫਾਈਂਡ ਕਰਦੇ ਆ, 1 ਓਵਰ ਫ੍ਰੀਕੁਐਂਸੀ, ਫ੍ਰੀਕੁਐਂਸੀ ਫਾਈਂਡ ਕਰੋ, ਉਹਨੂੰ 1 ਬਾਏ ਕਰ ਦਿਓ, ਸਾਡਾ ਕੀ ਆ ਜਾਂਦਾ ਵਾ, ਸਾਡਾ ਆਵਰਤਕ ਕਾਲ ਆ ਜਾਂਦਾ ਵਾ, ਸਾਡਾ ਟਾਈਮ ਪੀਰੀਅਡ ਆ ਜਾਂਦਾ ਹੈ। ਸੋ ਉਮੀਦ ਕਰਦਾ ਹਾਂ ਇਹ ਛੋਟੀਆਂ ਜਿਹੀਆਂ ਵੀਡੀਓਜ਼ ਤੁਹਾਨੂੰ ਸਮਝ ਆਈਆਂ ਹੋਣਗੀਆਂ। ਅਗਰ ਨਹੀਂ ਸਮਝ ਆਈਆਂ ਤਾਂ ਕੋਈ ਗੱਲ ਨਹੀਂ ਬੇਟਾ, ਆਪਾਂ ਜ਼ੂਮ ਕਲਾਸ ਕਰਾਂਗੇ, ਜ਼ੂਮ ਕਲਾਸ ਦੇ ਵਿੱਚ ਇਹਨਾਂ ਦੇ ਡਾਊਟਸ ਲਵਾਂਗੇ ਔਰ ਡਾਊਟਸ ਦੇ ਨਾਲ ਨਾਲ ਇਹਨਾਂ ਨੂੰ ਕਲੀਅਰ ਕਰਦੇ ਰਹਾਂਗੇ। ਹੈਵ ਅ ਨਾਈਸ ਡੇ।